ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਿਰਮੋਹਗੜ੍ਹ ਦੀ ਜੰਗ। ਭਾਵੇਂ ਪਹਾੜੀਆਂ ਨੇ ਆਟੇ ਦੀ ਗਊ ਬਣਾ ਕੇ ਸਹੁੰਆਂ ਖਾਧੀਆਂ ਅਤੇ ਕਿਲ੍ਹਾ ਛੱਡਣ ਮਗਰੋਂ ਗੁਰੂ ਜੀ ਨੂੰ ਖੁੱਲ੍ਹੇ ਡੁੱਲੇ ਫਿਰਨ ਤੁਰਨ ਦੀਆਂ ਗੱਲਾਂ ਤਾਂ ਕਰਦੇ ਸਨ, ਪਰ ਗੁਰੂ ਜੀ ਦੇ ਕਿਲ੍ਹੇ ਤੋਂ ਬਾਹਰ ਨਿਕਲਦੇ ਹੀ ਬੇਈਮਾਨ ਹੋ ਗਏ। ਨਿਰਮੋਹ ਨਗਰ 2-3 ਮੀਲ 'ਤੇ ਸੀ। ਅੰਤਰਜਾਮੀ ਗੁਰੂ ਜੀ ਨੇ ਅਨੰਦਪੁਰੋਂ ਨਿਕਲ ਕੇ ਇੱਥੇ ਆ ਡੇਰਾ ਲਾਇਆ, ਪਰ ਅਜੇ ਡੇਰਾ ਲਾਉਣ 'ਤੇ ਟਿਕਣ ਦੇ ਸਮਾਨ ਹੀ ਹੋ ਰਹੇ ਸਨ ਕਿ ਪਹਾੜੀ ਫੌਜਾਂ ਗਊਆਂ ਦੀਆਂ ਸਹੁੰਆਂ 'ਤੇ ਇਕਰਾਰ ਭੁੱਲ ਕੇ ਹਨੇਰੀ ਦੀ ਤਰ੍ਹਾਂ ਗੁਰੂ ਜੀ ਵੱਲ ਵੱਧ ਤੁਰੀਆਂ। ਉਹ ਖੁੱਲ੍ਹੇ ਮੈਦਾਨ ਵਿੱਚ ਗੁਰੂ ਜੀ ਨੂੰ ਘੇਰਾ ਪਾ ਕੇ ਫੜ ਲੈਣਾ ਚਾਹੁੰਦੀਆਂ ਸਨ। ਨਿਰਮੋਹ ਨਗਰ ਕੁਝ ਉੱਚੀ ਥਾਂ ਸੀ, ਜਿੱਥੋਂ ਪਹਾੜੀਆਂ ਨੂੰ ਉੱਧਰ ਆਉਂਦੇ ਝੱਟ ਹੀ ਸਭ ਸਿੰਘਾਂ ਨੇ ਦੇਖ ਲਿਆ ਅਤੇ ਗੁਰੂ ਜੀ ਨੇ ਹੁਕਮ ਨਾਲ ਸਿੰਘ ਵੀ ਲੜਨ ਮਰਨ ਲਈ ਤਿਆਰ ਹੋ ਗਏ ਅਤੇ ਨਗਰ 'ਤੇ ਉੱਚੇ ਕੋਠਿਆਂ 'ਤੇ ਝੱਟ ਹੀ ਚੜ੍ਹ ਗਏ। ਨਗਰ ਵਾਲੇ ਡਰਦੇ ਮਾਰੇ ਜਿੱਧਰ ਕਿਸੇ ਦਾ ਮੂੰਹ ਹੋਇਆ ਨੱਸ ਗਏ। ਸੋ ਤੀਰਾਂ ਬੰਦੂਕਾਂ ਦੀ ਜੰਗ ਹੋਣ ਲੱਗੀ। ਮੰਡੀ ਵਾਲਾ ਰਾਜਾ ਅਤੇ 1-2 ਹੋਰ ਰਾਜੇ ਗੁਰੂ ਘਰ ਦੇ ਸ਼ਰਧਾਲੂ ਸਨ ਅਤੇ ਲੜਨਾ ਪਸੰਦ ਨਹੀਂ ਸੀ ਕਰਦੇ, ਪਰ ਭਾਈਚਾਰੇ ਅਤੇ ਲਾਚਾਰੀ ਦੇ ਤੌਰ ਸ਼ਾਮਲ ਹੁੰਦੇ ਸਨ। ਹੁਣ ਮੰਡੀ ਦੇ ਰਾਜੇ ਨੇ ਕਿਹਾ, ਦੇਖੋ, ਅੱਗੇ ਤੁਸੀਂ ਕਹਿੰਦੇ ਸੀ ਕਿ ਗੁਰੂ ਕਿਲ੍ਹੇ ਵਿੱਚ ਹੈ ਅਤੇ ਸਾਡੀ ਪੇਸ਼ੀ ਨਹੀਂ ਜਾਂਦੀ, ਪਰ ਹੁਣ ਤਾਂ ਖੁੱਲ੍ਹੇ ਮੈਦਾਨ ਵਿੱਚ ਹੈ। ਸਾਰਾ ਜ਼ੋਰ ਲਾਵੋ ਅਤੇ ਹੁਣ ਫਤਿਹ ਪਾ ਲਵੋ। ਰਾਜੇ ਸੱਚਮੁੱਚ ਹੀ ਇਸ ਸਮੇਂ ਬੜੇ ਲੜੇ, ਪਰ ਸਿੰਘਾਂ ਦੇ ਤੀਰ ਅਤੇ ਬੰਦੂਕਾਂ ਉਹਨਾਂ ਦੇ ਦਲ ਨੂੰ ਅਜੇ ਵੀ ਨੇੜੇ ਨਹੀਂ ਸੀ ਹੋਣ ਦਿੰਦੇ। ਪਹਾੜੀਆਂ ਨੇ ਸੂਬਾ ਸਰਹੰਦ ਤੋਂ ਤੋਪਚੀ ਮੰਗਵਾਏ ਹੋਏ ਸਨ ਅਤੇ ਵੱਡੀ ਤੋਪ ਵੀ। ਗੁਰੂ ਜੀ ਉੱਚੀ ਥਾਂ ਬੈਠੇ ਸਨ, ਉਹਨਾਂ ਨੂੰ ਦੂਰੋਂ ਸਾਫ਼ ਨਜ਼ਰ ਆ ਰਹੇ ਸਨ। ਉਹਨਾਂ ਨੇ ਸਲਾਹ ਕਰਕੇ ਗੁਰੂ ਜੀ ਵੱਲ ਮੂੰਹ ਕਰਕੇ ਤੋਪ ਬੀੜ ਦਿੱਤੀ ਅਤੇ ਤੋਪਚੀ ਨੇ ਨਿਸ਼ਾਨਾ ਲੈ ਕੇ ਤੋਪ ਦਾਗ ਦਿੱਤੀ। ਗੁਰੂ ਜੀ ਪਲੰਘ 'ਤੇ ਬੈਠੇ ਸਨ ਅਤੇ ਚੌਰ ਬਰਦਾਰ ਚੌਰ ਕਰ ਰਿਹਾ ਸੀ ਕਿ ਤੋਪ ਦੇ ਗੋਲੇ ਨਾਲ ਚੌਰ ਬਰਦਾਰ ਉੱਡ ਗਿਆ। ਇਹ ਵੇਖ ਕੇ ਫੁਰਤੀਲੇ ਗੁਰੂ ਜੀ ਨੇ ਅੱਗੇ ਪਿੱਛੇ ਹੋਣ ਜਾਂ ਡਰਨ ਦੀ ਬਜਾਏ ਤੀਰ ਕਮਾਨ ਸੰਭਾਲਿਆ ਅਤੇ ਝੱਟ ਹੀ ਠੀਕ ਉਸ ਪਾਸੇ ਤੀਰ ਛੱਡ ਦਿੱਤਾ ਜਿੱਧਰੋਂ ਗੋਲਾ ਆਇਆ ਸੀ। ਤੋਪਚੀ ਦੂਜਾ ਗੋਲਾ ਛੱਡਣ ਲਈ ਬਰੂਦ ਨੂੰ ਅਜੇ ਕੁੱਟ ਰਿਹਾ ਸੀ ਕਿ ਗੁਰੂ ਜੀ ਦੇ ਤੀਰ ਨੇ ਪਟਕਾ ਕੇ ਸੁੱਟ ਦਿੱਤਾ। ਉਸ ਦਾ ਭਰਾ ਵੀ ਤੋਪਚੀ ਹੀ ਸੀ। ਇਹ ਵੇਖ ਕੇ ਉਹ ਭੱਜ ਕੇ ਅੱਗੇ ਹੋਇਆ, ਪਰ ਉਹ ਅਜੇ ਆ ਕੇ ਤੋਪ ਦੇ ਨੇੜੇ ਖਲੋਤਾ ਹੀ ਸੀ ਕਿ ਗੁਰੂ ਜੀ ਦੇ ਦੂਜੇ ਤੀਰ ਦਾ ਉਹ ਵੀ ਨਿਸ਼ਾਨਾ ਬਣ ਗਿਆ ਅਤੇ ਤੋਪਚੀ ਬਿਨਾਂ ਤੋਪ ਹੀ ਨਿਕੰਮੀ ਹੋ ਗਈ। ਸਰਹੰਦੀ ਫੌਜ ਲੈ ਕੇ ਗੁਰੂ ਜੀ ਦਾ ਬਸਾਲੀ ਜਾਣਾ। ਪਹਾੜੀਏ ਤੋਪਚੀਆਂ ਦੇ ਮਰਨ ਮਗਰੋਂ ਭਾਵੇਂ ਗੁਰੂ ਜੀ ਨੂੰ ਅਰੜੇ ਮੈਦਾਨ ਵਿੱਚ ਵੇਖ ਕੇ ਬਥੇਰਾ ਲੜੇ, ਪਰ ਮਾਰ ਖਾ ਕੇ ਪਿੱਛੇ ਹਟ ਗਏ। ਵਜ਼ੀਰ ਖਾਂ ਸੂਬਾ ਸਰਹੰਦ ਨੂੰ ਅੱਗੇ ਹੀ ਅਰਜ਼ੀਆਂ ਅਤੇ ਸਿਫਾਰਸ਼ਾਂ ਭੇਜ ਚੁੱਕੇ ਹੋਏ ਸਨ। ਸੋ ਠੀਕ ਹੀ ਸੂਬਾ ਸਰਹੰਦ ਨੇੜੇ ਆਣ ਢੁੱਕਾ, ਜਿਸ ਦੀ ਕਿ ਪਹਾੜੀਏ ਪਹਿਲੇ ਹੀ ਉਡੀਕ ਵਿੱਚ ਸਨ। ਗੁਰੂ ਜੀ ਨੇ ਵਜ਼ੀਰ ਖਾਂ ਦੇ ਆਉਣ ਦੀ ਆਵਾਜ਼ ਆਈ ਸੁਣ ਕੇ ਉਸ ਨਾਲ ਵੀ 2 ਹੱਥ ਇੱਥੇ ਖੁੱਲ੍ਹੇ ਥਾਂ ਕਰਨ ਦੀ ਸਲਾਹ ਬਣਾ ਲਈ। ਉਹਨਾਂ ਉੱਥੇ ਹੀ ਮੋਰਚੇ ਬਣਾ ਲਏ ਅਤੇ ਅਨੰਦਪੁਰ ਵਾਪਸ ਨਾ ਗਏ। ਸ਼ਾਹੀ ਫੌਜ ਅਤੇ ਸੂਬਾ ਸਰਹੰਦ ਦੇ ਆਉਣ ਨਾਲ ਪਹਾੜੀਆਂ ਭਾਣੇ ਤਾਂ ਹੁਣ ਉਹਨਾਂ ਨੂੰ ਫਤਿਹ ਯਕੀਨੀ ਦਿਸ ਪਈ, ਤਾਂ ਉਹ ਝੱਟ ਹੀ ਸਰਹੰਦੀ ਸੂਬੇ ਦੀ ਫੌਜ ਨਾਲ ਮਿਲਣ ਲਈ ਫਿਰ ਦੌੜ ਕੇ ਆਏ। ਇਹ ਚੀਏ ਮੀਏ ਅਤੇ ਪਠਾਨ ਮੁਗਲ ਨਿਰਮੋਹਗੜ੍ਹ ਵੱਲ ਐਉਂ ਵਧੇ ਜਿਵੇਂ ਜਾਂਦੇ ਹੀ ਗੁਰੂ ਜੀ ਨੂੰ ਫੜ ਲੈਣਾ ਹੁੰਦਾ ਹੈ, ਪਰ ਗੁਰੂ ਜੀ ਦੇ ਹੁਕਮ ਨਾਲ ਸਿੰਘ ਮੋਰਚਿਆਂ ਵਿੱਚ ਅੱਗੇ ਤਿਆਰ ਬਰ ਤਿਆਰ ਬੈਠੇ ਸਨ ਅਤੇ ਉਹਨਾਂ ਨੂੰ ਹੁਕਮ ਸੀ ਕਿ ਜਦ ਵੈਰੀ ਅੱਗੇ ਵੱਧਦਾ ਠੀਕ ਮਾਰ ਥੱਲੇ ਆ ਜਾਵੇ ਤਾਂ ਬਸ ਤੀਰਾਂ ਅਤੇ ਬੰਦੂਕਾਂ ਨਾਲ ਉਹਨਾਂ ਦਾ ਖੂਬ ਸਵਾਗਤ ਕਰੋ। ਇਵੇਂ ਹੋਇਆ ਜਿਵੇਂ ਦੁਸ਼ਮਣ ਗੁਰੂ ਜੀ ਨੂੰ ਕਿਲ੍ਹੇ ਕੋਟ ਤੋਂ ਖਾਲੀ ਜਾਣ 'ਤੇ ਕਿ ਬੜੇ ਹੌਂਸਲੇ ਅਤੇ ਤੇਜ਼ੀ ਨਾਲ ਅੱਗੇ ਵਧ ਆਇਆ। ਸਿੰਘਾਂ ਦੇ ਮੋਰਚਿਆਂ ਵੱਲੋਂ ਤੀਰਾਂ ਅਤੇ ਗੋਲੀਆਂ ਦੀ ਇੱਕਦਮ ਵਰਖਾ ਹੋਣ ਲੱਗੀ। 5-6 ਹਜ਼ਾਰ ਬੰਦੂਕ ਦੀ ਗੋਲੀ ਅਤੇ ਤੀਰਾਂ ਨੇ ਦੁਸ਼ਮਣ ਦੇ ਆਉਂਦੇ ਹੀ ਝੰਡ ਲਾ ਦਿੱਤੀ, ਪਰ ਵੈਰੀ ਬੇਉਕੜਾ ਸੀ। ਉਹ ਵੀ ਬੰਦੂਕਾਂ 'ਤੇ
ਤੀਰਾਂ ਦੀ ਵਾਛੜ ਕਰਦਾ ਅੱਗੇ ਵੱਧ ਰਿਹਾ ਸੀ। ਸੋ ਇਉਂ ਘੜੀਆਂ ਪਲਾਂ ਵਿੱਚ ਹੀ ਲੋਥ 'ਤੇ ਲੋਥ ਚੜ੍ਹ ਗਈ। ਗੁਰੂ ਜੀ ਆਪ 200 ਸਿੰਘਾਂ ਸਮੇਤ ਕੁਝ ਫਾਸਲੇ 'ਤੇ ਕੁਝ ਹੋਰ ਵੀ ਉੱਚੀ ਥਾਂ ਖਲੋਤੇ ਇਸ ਜੰਗ ਨੂੰ ਵੇਖ ਰਹੇ ਸਨ। ਸੋ ਉੱਥੋਂ ਹੀ ਜਿੱਧਰ ਵੈਰੀ ਦਲ ਦਾ ਜ਼ੋਰ ਵੇਖਦੇ ਹਜ਼ੂਰ ਉੱਧਰ ਹੀ ਤੀਰਾਂ ਦੀ ਝੜੀ ਲਾ ਕੇ ਉਥਲ ਪੁਥਲ ਕਰ ਦਿੰਦੇ। ਗੁਰੂ ਜੀ ਦਾ ਤੀਰ ਚਾਰ ਚਾਰ ਇਸ ਤੋਂ ਬਹੁਤਿਆਂ ਨੂੰ ਪਾਰ ਕਰ ਕਰਕੇ ਧਰਤੀ ਵਿੱਚ ਗੱਡੀਦਾ ਜਾ ਰਿਹਾ ਸੀ। ਗੁਰੂ ਜੀ ਇੰਨੇ ਜ਼ੋਰ ਨਾਲ ਤੀਰ ਚਲਾ ਰਹੇ ਸਨ ਕਿ ਦੁਸ਼ਮਣਾਂ ਦੇ ਲਲਕਾਰਨ 'ਤੇ ਅੱਗੇ ਵੱਧ ਵੱਧ ਕੇ ਹੱਲਾਸ਼ੇਰੀ ਦੇਣ ਵਾਲੇ ਸਰਦਾਰਾਂ ਨੂੰ ਨਿਸ਼ਾਨਾ ਬਣਾਈ ਜਾ ਰਹੇ ਸਨ। ਉਦੋਂ ਲੜਾਈ ਸਰਦਾਰਾਂ ਦੇ ਸਿਰ ਹੁੰਦੀ ਸੀ ਤਾਂ ਸਿੰਘਾਂ 'ਤੇ ਗੁਰੂ ਜੀ ਦੇ ਤੀਰਾਂ ਨਾਲ ਇੱਕ ਵਾਰਗੀ ਹੀ ਪੈਰ ਉਖੜ ਗਏ ਅਤੇ ਪਿੱਛੇ ਹਟਣ ਲੱਗ ਪਏ। ਦੁਸ਼ਮਣ ਦੇ ਪੈਰ ਪਿੱਛੇ ਹੁੰਦੇ ਹੀ ਸਿੰਘ ਤਾੜ ਗਏ ਅਤੇ ਝੱਟ ਹੀ ਮੋਰਚਿਆਂ ਵਿੱਚੋਂ ਨਿਕਲ ਕੇ ਬਰਛੀ ਤਲਵਾਰੀ ਹੋ ਪਏ। ਵਜ਼ੀਰ ਖਾਂ ਦੂਰ ਪਿੱਛੇ ਸੀ। ਉਸ ਨੂੰ ਇਸ ਵਾਰ ਪੱਕਾ ਯਕੀਨ ਸੀ ਕਿ ਕਿਲ੍ਹੇ ਕੋਟ ਤੋਂ ਖਾਲੀ ਸਿੰਘਾਂ ਨੂੰ ਮਾਰਨਾ ਅਤੇ ਗੁਰੂ ਨੂੰ ਪਕੜਨਾ ਜਾਂ ਘੇਰ ਲੈਣਾ ਕੋਈ ਵੱਡੀ ਗੱਲ ਨਹੀਂ। ਪਰ ਉਸ ਨੇ ਦੂਰਬੀਨ ਲਾਈ ਅਤੇ ਵੇਖਿਆ ਕਿ ਪਲਾਂ ਵਿੱਚ ਹੀ ਮੁਗਲ ਪਠਾਨ ਮੀਲਾਂ ਵਿੱਚ ਮਰੇ ਪਏ ਹਨ ਅਤੇ ਧਰਤੀ ਲਾਲੋ ਲਾਲ ਹੋਈ ਪਈ ਹੈ। ਉਸ ਹੈਰਾਨ ਹੋਏ ਹੋਏ ਨੇ ਫੌਜ ਨੂੰ ਪਿੱਛੇ ਹਟਣ ਲਈ ਕਹਿ ਦਿੱਤਾ। ਜਿੱਥੇ ਉਹ ਪਿੱਛੇ ਹਟ ਕੇ ਰੁਕਣਾ ਚਾਹੁੰਦਾ ਸੀ, ਸਿੰਘਾਂ ਦੀਆਂ ਚਮਕਦੀਆਂ ਤੇਗਾਂ ਉਹਨਾਂ ਨੂੰ ਉਸ ਤੋਂ ਵੀ ਪਿੱਛੇ ਹਟ ਜਾਣ ਲਈ ਮਜਬੂਰ ਕਰਕੇ ਹੋਰ ਪਿੱਛੇ ਹਟਾ ਆਈਆਂ। ਬਥੇਰੇ ਗੁਰੂ ਕੇ ਸਿੰਘ ਵੀ ਸ਼ਹੀਦ ਹੋਏ। ਸਭ ਨੂੰ ਇਕੱਠੇ ਕਰਕੇ ਗੁਰੂ ਜੀ ਨੇ ਉਹਨਾਂ ਦਾ ਸੰਸਕਾਰ ਕੀਤਾ ਅਤੇ ਜ਼ਖਮੀਆਂ ਦੀ ਮਲਮ ਪੱਟੀ ਕਰਕੇ ਤਿਰਭਾਵਲੇ ਦੇ ਗੱਫੇ ਛਕਾਏ ਗਏ। ਰਾਤ ਪੈ ਚੁੱਕੀ ਸੀ। ਦੁਸ਼ਮਣ ਦੀ ਫੌਜ ਅਜੇ ਕੁਝ ਮੀਲਾਂ 'ਤੇ ਸੀ, ਪਰ ਸਾਰੀ ਰਾਤ ਵਜੀਦ ਖਾਂ ਵਿਚਾਰਦਾ ਅਤੇ ਸਲਾਹਾਂ ਕਰਦਾ ਰਿਹਾ ਕਿ ਗੁਰੂ ਨੇ ਸਿੱਖਾਂ ਨੂੰ ਪਤਾ ਨਹੀਂ ਕੀ ਪੁੱਠ ਚਾੜ ਦਿੱਤੀ ਹੈ। ਅੱਗੇ ਖਿਆਲ ਸੀ ਕਿ ਇਹ ਕਿਲ੍ਹਿਆਂ ਕੋਟਾਂ ਕਰਕੇ ਆਕੀ ਹਨ, ਪਰ ਹੁਣ ਤਾਂ ਖੁੱਲ੍ਹੇ ਮੈਦਾਨ ਵਿੱਚ ਵੀ ਵੇਖ ਲਿਆ। ਇਸ ਗੁਰੂ ਨਾਲ ਲੜ ਕੇ ਅਜਾਈ ਖੂਨ ਖਰਾਬਾ ਅਤੇ ਪ੍ਰਜਾ ਨੂੰ ਤੰਗ ਕਰਨ ਵਾਲੀ ਗੱਲ ਹੈ। ਇਸ ਲਈ ਹੁਣ ਗੁਰੂ ਜਿਵੇਂ ਅਨੰਦਪੁਰ ਛੱਡ ਆਇਆ ਹੈ, ਇਵੇਂ ਹੀ ਹੋਰ 5-10 ਮੀਲ ਹੋਰ ਪਿਛਾਂ ਹਟ ਜਾਵੇ ਤਾਂ ਸਾਡੀ ਰਹਿ ਆਉਂਦੀ ਹੈ ਅਤੇ ਅਸੀਂ ਹੁਣ ਵਾਪਸ ਮੁੜ ਜਾਈਏ। ਇਹਨਾਂ ਪੀਰਾਂ ਫਕੀਰਾਂ ਨੂੰ ਮਾਰ ਕੁੱਟ ਕੇ ਸਾਨੂੰ ਕੀ ਮਿਲ ਜਾਣਾ ਹੈ। ਵਜੀਦ ਖਾਂ ਦੀ ਇਹ ਗੱਲ ਸੁਣ ਕੇ ਲੜਾਈ ਦੇ ਮੋਢੀ ਕਹਿਲੂਰੀਏ ਅਤੇ ਹੰਡੂਰੀਏ ਦਿਆਂ ਹਿਰਦਿਆਂ ਨੂੰ ਤਾਂ ਕੰਬਣੀ ਛਿੜ ਪਈ ਕਿ ਜੇ ਸ਼ਾਹੀ ਫੌਜ ਗੁਰੂ ਜੀ ਦਾ ਕੁਝ ਨਹੀਂ ਵਿਗਾੜ ਸਕਦੀ ਤਾਂ ਅਸੀਂ ਕਿਸ ਪਾਣੀਹਾਰ ਹਾਂ। ਪਰ ਇਸ ਸਮੇਂ ਬਸਾਲੀ ਦੇ ਰਾਜੇ ਨੇ ਵਜੀਦ ਖਾਂ ਨੂੰ ਕਿਹਾ, ਖਾਨ ਜੀ, ਤੁਸੀਂ ਜੇ ਇਹ ਗੱਲ ਸੱਚੇ ਹਿਰਦੇ ਨਾਲ ਆਖਦੇ ਹੋ ਤਾਂ ਗੁਰੂ ਜੀ ਨੂੰ ਮੈਂ ਕੁਝ ਦਿਨਾਂ ਲਈ ਆਪਣੇ ਨਗਰ ਲੈ ਜਾਂਦਾ ਹਾਂ। ਗੁਰੂ ਜੀ ਤਾਂ ਸੰਤ ਸਰੂਪ ਹਨ, ਖੁਦਾ ਦੇ ਪਿਆਰੇ ਅਤੇ ਸਭ ਨੂੰ ਇੱਕ ਖੁਦਾ ਦੇ ਹੀ ਬਣਾਏ ਸਮਝਣ ਵਾਲੇ ਹਨ। ਇਹ ਝਗੜਾ ਤਾਂ ਸਾਡੇ ਹੀ ਕਾਲੇ ਦਿਲ ਵਾਲਿਆਂ ਦਾ ਪਾਇਆ ਹੋਇਆ ਹੈ। ਸੋ ਤੁਸੀਂ ਹੁਣ ਠੀਕ ਦੱਸੋ। ਇਹ ਸੁਣ ਕੇ ਵਜੀਦ ਖਾਂ ਨੇ ਕੁਰਾਨ ਦੀ ਕਸਮ ਖਾ ਕੇ ਕਿਹਾ, ਅਸੀਂ ਦਗਾ ਨਹੀਂ ਕਰਾਂਗੇ। ਇਹਨਾਂ ਪਹਾੜੀਆਂ ਨੇ ਝੂਠੀ ਕਸਮ ਖਾ ਕੇ ਸਾਡਾ ਵੀ ਇਤਬਾਰ ਗਵਾ ਦਿੱਤਾ ਹੈ। ਇਹ ਕਹਿ ਕੇ ਜਦ ਉਸਨੇ ਬਸਾਲੀ ਦੇ ਰਾਜੇ ਧਰਮਪਾਲ ਨੂੰ ਪੱਕਾ ਭਰੋਸਾ ਦੇ ਦਿੱਤਾ ਤਾਂ ਧਰਮਪਾਲ ਗੁਰੂ ਜੀ ਪਾਸ ਪੁੱਜਾ ਅਤੇ ਬੇਨਤੀ ਕੀਤੀ, ਮਹਾਰਾਜ, ਇਹਨਾਂ ਕਹਿਲੂਰੀ ਅਤੇ ਹੋਰ ਰਾਜਿਆਂ ਨੇ ਧਰਮ ਹਾਰ ਕੇ ਮੂੰਹ ਨੂੰ ਕਾਲਖ ਲਵਾ ਲਈ ਹੈ, ਪਰ ਫਿਰ ਵੀ ਸ਼ਾਹੀ ਫੌਜ ਲਿਆ ਕੇ ਵੀ ਹਾਰ ਗਏ ਹਨ। ਤੁਸੀਂ ਮੇਰੀ ਇੱਛਾ ਹੈ ਕਿ ਹੁਣ ਕੁਝ ਦਿਨ ਮੇਰੇ ਪਾਸ ਚਲੋ, ਮੇਰੇ ਗ੍ਰਹਿ ਨੂੰ ਪਵਿੱਤਰ ਕਰੋ। ਮੈਂ ਵੀ ਨਾਹਨਪਤੀ ਵਾਂਗ ਤੁਹਾਡਾ ਸ਼ਰਧਾਲੂ ਅਤੇ ਸੇਵਕ ਹਾਂ। ਰਾਜੇ ਦੀ ਸਾਫ਼ ਦਿਲੀ ਅਤੇ ਨੇਕ ਸਲਾਹ ਮੰਨ ਕੇ ਗੁਰੂ ਜੀ ਉਸ ਦੇ ਨਾਲ ਜਾਣ ਲਈ ਤਿਆਰ ਹੋ ਪਏ। ਫਿਰ ਵੀ ਵਸਾ ਨਹੀਂ ਖਾਧਾ। ਤੀਰਾਂ ਬੰਦੂਕਾਂ ਨਾਲ ਖਾਲਸੇ ਨੂੰ ਪੂਰੀ ਤਰ੍ਹਾਂ ਲੈਸ ਕਰਕੇ ਤੁਰੇ ਅਤੇ ਇਸ ਸਮੇਂ ਵੀ ਛੇੜਾ ਛੇੜੀ ਕਰਨ ਵਾਲਿਆਂ ਨੂੰ ਤਹਿ ਤੇਗ ਕਰਦੇ ਰਾਜਾ ਬਸਾਲੀ ਦੇ ਨਾਲ ਬਸਾਲੀ ਦੇ ਕਿਲ੍ਹੇ ਵਿੱਚ ਜਾ ਉਤਰੇ। ਉੱਧਰੋਂ ਵਜੀਦ ਖਾਂ ਕਹਿਲੂਰੀਏ ਅਤੇ ਹੋਰ ਰਾਜਿਆਂ ਕੋਲੋਂ ਪੂਰਾ ਇਸ ਬਦਲੇ ਧਨ ਲੈ ਕੇ ਮੁੜਿਆ। ਧਨ ਕੀ ਲਿਆ, ਇਹਨਾਂ ਦੋਖੀਆਂ ਦੇ ਖਜ਼ਾਨੇ ਖਾਲੀ ਕਰ ਗਿਆ। ਇਹ ਘਟਨਾ ਸੰਮਤ 1759 ਅੱਸੂ ਮਹੀਨੇ ਵਿੱਚ ਹੋਈ।
ਉਧਰ ਜਿੰਨਾ ਚਿਰ ਗੁਰੂ ਜੀ ਦੀ ਬਸਾਲੀ ਰਹੇ, ਰਾਜਾ ਧਰਮਪਾਲ ਨਿੱਤ ਹੀ ਸਤਸੰਗ ਤੇ ਗੁਰੂ ਜੀ ਦੇ ਉੱਤਮ ਉਪਦੇਸ਼ਾਂ ਨੂੰ ਪ੍ਰਾਪਤ ਕਰਦਾ ਰਿਹਾ। ਬਸਾਲੀ ਦੇ ਕਿਲ੍ਹੇ ਵਿੱਚ ਹੀ ਦੋਵੇਂ ਵੇਲੇ ਦੀਵਾਨ ਲੱਗਦੇ ਤੇ ਅੰਮ੍ਰਿਤ ਬਾਣੀ ਦਾ ਰਸ ਭਿੰਨਾ ਕੀਰਤਨ ਹੁੰਦਾ ਰਿਹਾ। ਇੱਕ ਦਿਨ ਗੁਰੂ ਜੀ 200 ਸਿੰਘਾਂ ਨਾਲ ਕਿਲ੍ਹੇ ਤੋਂ ਬਾਹਰ ਨਿਕਲ ਕੇ ਸ਼ਿਕਾਰ ਖੇਡਣ ਲਈ ਚਲੇ ਗਏ ਤਾਂ ਅੱਗੇ ਕਹਿਲੂਰੀ ਰਾਜੇ ਦਾ ਰਾਜ ਖੇਤਰ ਸੀ। ਪਰ ਨਿਰਭੈ ਗੁਰੂ ਜੀ ਨੂੰ ਵੀ ਖਤਰਾ ਤੇ ਡਰ ਕੀ ਸੀ। ਉਹ ਕਈ ਮੀਲਾਂ ਤੱਕ ਸ਼ਿਕਾਰ ਖੇਡਦੇ ਉੱਧਰ ਹੀ ਚਲੇ ਗਏ। ਕੁਦਰਤ ਨਾਲ ਅੱਗੇ ਉਸੇ ਪਾਸੇ ਹੀ ਅਜਮੇਰ ਚੰਦ ਵੀ ਦੌਰਾ ਕਰਦਾ ਡੇਰੇ ਲਾਈ ਬੈਠਾ ਸੀ। ਸਿੰਘਾਂ ਨੂੰ ਪਤਾ ਲੱਗਾ ਤਾਂ ਉਹਨਾਂ ਦੇਰ ਨਹੀਂ ਲਾਈ, ਝੱਟ ਹੀ ਹਮਲਾ ਕਰ ਦਿੱਤਾ। ਕਈ ਮਾਰੇ, ਕਈ ਜ਼ਖਮੀ ਕਰ ਦਿੱਤੇ। ਅਜਮੇਰ ਚੰਦ ਤੇ ਉਸ ਦੇ ਸਾਥੀਆਂ ਨੇ ਭੱਜ ਕੇ ਜਾਨ ਬਚਾਈ। ਅੱਜ ਦੀ ਗੱਲ ਨੇ ਅਜਮੇਰ ਚੰਦ ਦੇ ਹੰਝੂ ਵਗਾ ਦਿੱਤੇ ਕਿ ਦੇਖੋ ਜੀ, ਅਸੀਂ ਕੈਸੀ ਮੁਸੀਬਤ ਵਿੱਚ ਫਸ ਗਏ ਹਾਂ। ਜੰਗਾਂ ਲੜ ਫੌਜਾਂ ਮਰਵਾਈਆਂ, ਬੇਅੰਤ ਨੁਕਸਾਨ ਕਰਵਾ ਲਿਆ ਹੈ। ਜਿਨ੍ਹਾਂ ਦੇ ਸਹਾਰੇ ਅਸੀਂ ਗੁਰੂ ਤੋਂ ਬਚਣਾ ਚਾਹੁੰਦੇ ਸਾਂ, ਉਹ ਤਲਾਸ਼ੀ ਕਰਕੇ ਸਾਡੇ ਖਜ਼ਾਨੇ ਖਾਲੀ ਕਰ ਗਏ ਹਨ ਤੇ ਗੁਰੂ ਨਾਲ ਵੈਰ ਕਰਕੇ ਅਸਾਂ ਕੀ ਖੱਟਿਆ ਹੈ। ਗੁਰੂ ਵੀ ਹਿੰਦੂ ਧਰਮ ਦੀ ਰਾਖੀ ਕਰਨ ਵਾਲਾ ਗੁਰੂ ਅਸਾਂ ਅਕਾਰਨ ਆਪਣਾ ਵੈਰੀ ਬਣਾ ਲਿਆ ਹੈ। ਇਸ ਸਮੇਂ ਪੰਮੇ ਵਜ਼ੀਰ ਨੇ ਨੇਕ ਸਲਾਹ ਦਿੱਤੀ ਕਿ ਜੇ ਸੁੱਖ ਚਾਹੁੰਦੇ ਹੋ ਤਾਂ ਗੁਰੂ ਨਾਲ ਬਣਾ ਕੇ ਰੱਖੋ, ਵੈਰ ਭਾਵ ਛੱਡ ਦਿਓ। ਗੁਰੂ ਜੀ ਬਖਸ਼ਿੰਦ ਹਨ, ਉਹ ਵੈਰ ਭਾਵਨਾ ਨਹੀਂ ਰੱਖਦੇ। ਗੁਰੂ ਘਰ ਤਾਂ ਜਿਹੋ ਜਿਹਾ ਕੋਈ ਬਣ ਵੇਖੇ ਉਹੋ ਜਿਹਾ ਹੀ ਦਿਸਦਾ ਹੈ। ਇਹ ਅਸਾਂ ਕਈ ਵਾਰ ਪਰਤਿਆ ਵੇਖਿਆ ਹੈ, ਪਰ ਸਾਨੂੰ ਸਮਝ ਨਹੀਂ ਆਈ। ਗੁਰੂ ਜੀ ਫਿਰ ਅਨੰਦਪੁਰ ਵਿੱਚ ਇੱਕ ਦਿਨ ਗੁਰੂ ਜੀ ਬਸਾਲੀ ਤੋਂ ਸ਼ਿਕਾਰ ਖੇਡਣ ਗਏ ਤਾਂ ਭੰਬੌਰ ਦੇ ਰਾਜੇ ਨਾਲ ਮੁਲਾਕਾਤ ਹੋਈ। ਉਸ ਨੇ ਪ੍ਰੇਮ ਨਾਲ ਗੁਰੂ ਜੀ ਨੂੰ ਆਪਣੇ ਨਗਰ ਲਿਜਾਣ ਲਈ ਬੇਨਤੀ ਕੀਤੀ। ਗੁਰੂ ਜੀ ਉਸ ਦੇ ਨਾਲ ਭੰਬੌਰ ਆ ਗਏ ਤੇ ਉੱਥੇ ਠਹਿਰ ਗਏ। ਬਸਾਲੀ ਵਾਲੇ ਰਾਜੇ ਨੇ ਤੀਜੇ ਕੁ ਦਿਨ ਆ ਕੇ ਖਿਮਾ ਮੰਗੀ ਕਿ ਜੇ ਕੋਈ ਗਲਤੀ ਹੋ ਗਈ ਹੈ ਤਾਂ ਮਾਫ਼ ਕਰ ਦਿਓ। ਪਰ ਗੁਰੂ ਜੀ ਨੇ ਕਿਹਾ, ਬਸ ਤੇਰੀ ਸੇਵਾ ਕਬੂਲ ਹੈ, ਅਸੀਂ ਤੇਰੇ 'ਤੇ ਪ੍ਰਸੰਨ ਹਾਂ। ਸਾਡਾ ਖਾਲਸਾ ਤੇਰੀ ਲੋੜ ਵੇਲੇ ਸਹਾਇਤਾ ਕਰੇਗਾ ਤੇ ਜੇ ਤੈਨੂੰ ਕੋਈ ਗਨੀਮ ਤੰਗ ਕਰੇ ਤਾਂ ਮੇਰਾ ਖਾਲਸਾ ਤੇਰੀ ਮਦਦ ਲਈ ਪੁੱਜੇਗਾ ਤੇ ਦੁਸ਼ਮਣਾਂ ਨਾਲ ਸਦਾ ਹੀ ਟੱਕਰ ਲੈਂਦਾ ਰਹੇਗਾ। ਪਰ ਇੱਥੇ ਭੰਬੌਰ ਵਿੱਚ ਰਹਿੰਦਿਆਂ ਵੀ ਕੁਝ ਦਿਨ ਹੀ ਹੋਏ ਕਿ ਸਿੰਘਾਂ ਨੇ ਅਨੰਦਪੁਰ ਜਾਣ ਲਈ ਬੇਨਤੀ ਕੀਤੀ। ਅਜੇ ਸਤਿਗੁਰੂ ਜੀ ਭੰਬੌਰ ਵਿੱਚ ਹੀ ਸਨ ਕਿ ਕਲਮੋਟ ਦੇ ਗੁੱਜਰਾਂ ਤੇ ਰੰਗੜਾਂ ਦੀ ਵਧੀਕੀ ਦੀ ਖਬਰ ਗੁਰੂ ਜੀ ਨੂੰ ਪੁੱਜੀ। ਉਹਨਾਂ ਨੇ ਅਨੰਦਪੁਰ ਵੱਲ ਆਉਂਦੇ ਸਿੰਘ ਲੁੱਟੇ ਤੇ ਘੋੜੇ ਅਤੇ ਹੋਰ ਸਮਾਨ ਵੀ ਖੋਹ ਲਿਆ ਸੀ। ਗੁਰੂ ਜੀ ਦੇ ਹੁਕਮ ਨਾਲ ਸਿੰਘਾਂ ਨੇ ਝੱਟ ਹੀ ਕਲਮੋਟ ਨੂੰ ਜਾ ਘੇਰਿਆ। ਇੱਥੇ ਕਿਲ੍ਹਾ ਸੀ ਜਿਸ ਦੀ ਆੜ ਵਿੱਚ ਰੰਗੜ ਬੜਾ ਲੜੇ, ਪਰ ਸਿੰਘਾਂ ਨੇ ਨੁਕਸਾਨ ਉਠਾ ਕੇ ਵੀ ਅੱਗੇ ਵੱਧ ਕੇ ਕਿਲ੍ਹੇ ਦੀ ਬਾਹੀ ਢਾਹ ਦਿੱਤੀ ਤੇ ਫਿਰ ਅੰਦਰ ਵੜ ਕੇ ਲੁੱਟ ਦਾ ਸਾਰਾ ਮਾਲ ਬਰਾਮਦ ਕੀਤਾ ਤੇ ਲੁਟੇਰਿਆਂ ਦੀ ਕਟਾਵਢ ਕੀਤੀ। ਜਿਨ੍ਹਾਂ ਨੇ ਹੱਥ ਜੋੜੇ ਉਹ ਫੜ ਕੇ ਗੁਰੂ ਜੀ ਪਾਸ ਪੇਸ਼ ਕੀਤੇ ਗਏ। ਬਖਸ਼ਿੰਦ ਗੁਰੂ ਜੀ ਨੇ ਤਰਲੇ ਤੇ ਬਹੁੜੀ ਕਰਨ ਵਾਲੇ ਤੇ ਅੱਗੋਂ ਤੋਂ ਸਿੰਘਾਂ ਨੂੰ ਲੁੱਟਣ ਤੋਂ ਤੌਬਾ ਕਰਨ ਵਾਲਿਆਂ ਨੂੰ ਛੱਡ ਦਿੱਤਾ ਤੇ ਫਤਿਹ ਕਰਕੇ ਵਾਪਸ ਮੁੜੇ ਤਾਂ ਉੱਧਰੋਂ ਹੀ ਸਿੰਘਾਂ ਦੇ ਕਹਿਣ ਤੇ ਮੂੰਹ ਅਨੰਦਪੁਰ ਵੱਲ ਹੋ ਗਿਆ। ਸੋ ਸਰਬ ਖਾਲਸੇ ਸਮੇਤ 2 ਕੁ ਮਹੀਨਿਆਂ ਦੀ ਗੈਰ ਹਾਜ਼ਰੀ ਮਗਰੋਂ ਗੁਰੂ ਜੀ ਫਿਰ ਅਨੰਦਪੁਰ ਪੁੱਜੇ। ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਸੀਸਗੰਜ ਤੇ ਮੱਥਾ ਟੇਕ ਕੇ ਫਿਰ ਮਹੱਲਾਂ ਵਿੱਚ ਚਲੇ ਗਏ। ਬੜੀਆਂ ਖੁਸ਼ੀਆਂ ਹੋਈਆਂ। ਡਰੇ ਤੇ ਅਨੰਦਪੁਰ ਛੱਡ ਗਏ ਲੋਕ ਫਿਰ ਦਿਨਾਂ ਵਿੱਚ ਹੀ ਵਾਪਸ ਪਰਤ ਆਏ ਤੇ ਮੁੜ ਰੌਣਕਾਂ ਹੀ ਰੌਣਕਾਂ ਹੋ ਗਈਆਂ। ਮਾਤਾ ਜੀਤੋ ਜੀ ਦਾ ਅਕਾਲ ਚਲਾਣਾ। ਗੁਰੂ ਜੀ ਪਹਾੜੀ ਰਾਜਿਆਂ ਦੀ ਆਟੇ ਦੀ ਗਊ ਬਣਾ ਕੇ ਝੂਠੀ ਸਹੁੰ ਖਾਣ ਮਗਰੋਂ 2 ਕੁ ਮਹੀਨੇ ਅਨੰਦਪੁਰੋਂ ਬਾਹਰ ਰਹੇ। ਭਾਵੇਂ ਅਨੰਦਪੁਰ ਦੀ ਸੰਭਾਲ ਲਈ ਗੁਰੂ ਜੀ ਨੇ ਪਿੱਛੇ 5 ਕੁ ਸਿੰਘਾਂ ਨੂੰ ਛੱਡਿਆ ਹੋਇਆ ਸੀ, ਪਰ ਆਮ ਲੋਕ ਤੇ ਵਪਾਰੀ ਕੋਈ ਦੂਜੇ ਦਿਨ, ਕੋਈ ਤੀਜੇ ਦਿਨ ਤੇ ਇਸ ਤਰ੍ਹਾਂ ਹੌਲੇ ਬਹੁਤੇ ਹੀ ਚਲੇ ਗਏ ਸਨ। ਪਰ ਜਿਉਂ ਹੀ ਗੁਰੂ ਜੀ ਮੁੜ ਆਏ ਗਏ, ਲੋਕਾਂ ਵੀ ਝਟਪਟ ਹੀ ਮੁੜ ਆਏ।
ਅਨੰਦਪੁਰ ਵਿੱਚ ਰੌਣਕਾਂ ਹੀ ਰੌਣਕਾਂ ਹੋ ਗਈਆਂ। ਸਿੰਘਾਂ ਦੇ ਹੌਸਲੇ ਸਗੋਂ ਵਧੇ ਹੋਏ ਸਨ ਅਤੇ ਉਹ ਅੱਗੇ ਤੇ ਕੁਝ ਪਹਾੜੀਆਂ ਦਾ ਲਿਹਾਜ਼ ਕਰਦੇ ਸਨ, ਪਰ ਹੁਣ ਤਾਂ ਉਹ ਆਕੜ-ਖੋਰਾਂ ਨੂੰ ਮਿਲ ਕੇ ਲੈਂਦੇ ਸਨ ਅਤੇ ਮੁੜਦੇ ਨਹੀਂ ਸਨ। ਇੱਕ ਦਿਨ ਗੁਰੂ ਜੀ ਆਪਣੇ 4 ਸਾਹਿਬਜ਼ਾਦਿਆਂ ਨਾਲ ਇੱਕ ਕਮਰੇ ਵਿੱਚ ਬੈਠੇ ਪਿਆਰ ਨਾਲ ਉਹਨਾਂ ਦੀਆਂ ਛਾਤੀਆਂ ਮਿਣਨ ਲੱਗ ਪਏ ਕਿ ਇਹ ਕਿੱਡੀਆਂ-ਕਿੱਡੀਆਂ ਹਨ ਅਤੇ ਪਿਆਰ ਨਾਲ ਆਖੀ ਜਾ ਰਹੇ ਸਨ, ਇਹਨਾਂ ਛਾਤੀਆਂ ਦੀ ਤਾਕਤ ਨੇ ਰਣ ਜਿੱਤਣੇ ਹਨ ਅਤੇ ਦੁਸ਼ਮਣਾਂ ਦਾ ਸੰਘਾਰ ਕਰਨਾ ਹੈ। ਗੁਰੂ ਜੀ ਦੇ ਇਹੋ ਜਿਹੇ ਕੌਤਕਾਂ ਨੂੰ ਵੇਖ ਮਾਤਾ ਸੁੰਦਰੀ, ਮਾਤਾ ਜੀਤੋ ਅਤੇ ਮਾਤਾ ਸਾਹਿਬ ਦੇਵਾਂ ਜੀ ਅਚਰਜ ਹੋ ਰਹੇ ਸਨ ਕਿ ਮਾਤਾ ਗੁਜਰੀ ਜੀ ਵੀ ਆ ਗਏ। ਸੁਪਤਨੀਆਂ ਦੀ ਤਾਂ ਜੁਰਤ ਨਾ ਪਈ ਕਿ ਉਹ ਗੁਰੂ ਜੀ ਨੂੰ ਇਸ ਬਾਰੇ ਕੁਝ ਪੁੱਛਦੀਆਂ, ਪਰ ਮਾਤਾ ਗੁਜਰੀ ਜੀ ਵੱਡੇ ਸਨ, ਗੁਰੂ ਜੀ ਦੀ ਮਾਤਾ ਸਨ ਅਤੇ ਧਰਮ ਧੁਰੰਤਰ ਸਤਿਗੁਰੂ ਮਾਤਾ ਜੀ ਦਾ ਵੱਡਾ ਸਤਿਕਾਰ ਕਰਦੇ ਸਨ। ਮਾਤਾ ਜੀ ਨੂੰ ਆਏ ਦੇਖ ਛਾਤੀਆਂ ਮਿਣਨੋਂ ਹਟ ਗਏ ਅਤੇ ਮਾਤਾ ਜੀ ਨੂੰ ਸਤਿਕਾਰ ਨਾਲ ਕੋਲ ਬਿਠਾ ਲਿਆ। ਮਾਤਾ ਜੀ ਨੇ ਪੁੱਛਿਆ, ਇਹ ਕੀ ਕਰ ਰਹੇ ਹੋ? ਸਾਹਿਬਜ਼ਾਦਿਆਂ ਦੀਆਂ ਛਾਤੀਆਂ ਮਿਣ ਰਹੇ ਹੋ? ਹਾਂ ਮਾਤਾ ਜੀ, ਇਹਨਾਂ ਛਾਤੀਆਂ ਨੇ ਧਰਮ ਦੇ ਕੰਮ ਆਉਣਾ ਹੈ, ਇਸ ਲਈ। ਫਤਿਹ ਸਿੰਘ ਤਾਂ ਅਜੇ ਬਹੁਤ ਛੋਟੇ ਹਨ, ਪਰ ਮਾਤਾ ਜੀ ਛੋਟੇ ਨੇ ਹੀ ਵੱਡੇ ਬਣਨਾ ਹੈ, ਵੱਡਿਆਂ ਵਾਲੇ ਕੰਮ ਕਰਨੇ ਹਨ। ਜੰਗਾਂ ਯੁੱਧਾਂ ਕਰਕੇ ਮਾਤਾਵਾਂ ਨੂੰ ਹਰ ਸਮੇਂ ਹੀ ਫਿਕਰ ਰਹਿੰਦੀ ਸੀ। ਗੁਰੂ ਹਰਗੋਬਿੰਦ ਸਾਹਿਬ ਨੇ ਤਾਂ ਵੱਖੋ-ਵੱਖ ਥਾਵਾਂ 'ਤੇ ਜੰਗ ਕੀਤੇ ਅਤੇ ਅਖੀਰਲੇ ਜੰਗ ਮਗਰੋਂ ਉਹ ਕੀਰਤਪੁਰ ਆ ਰਹੇ ਅਤੇ ਫਿਰ ਸ਼ਾਂਤੀ ਦੇ ਦਿਨ ਆ ਗਏ ਸਨ, ਪਰ ਸ਼੍ਰੀ ਦਸ਼ਮੇਸ਼ ਜੀ ਤਾਂ ਅਮਨ ਦੀ ਗੱਲ ਨਹੀਂ ਕਰਦੇ, ਆਪਣੀ ਥਾਂ 'ਤੇ ਡਟੇ ਰਹਿ ਕੇ ਹਰ ਵੇਲੇ ਜੰਗ ਹੀ ਜੰਗ ਦੀ ਰੱਟ ਲਾਈ ਰੱਖਦੇ ਸਨ। ਇਸ ਲਈ ਅਮਨ ਵਾਲੀ ਗੱਲ ਨਹੀਂ ਬਣਨੀ। ਗੁਰੂ ਜੀ ਦੇ ਦਰਬਾਰ ਵਿੱਚ ਢਾਡੀ ਰੋਜ਼ ਹੀ ਗਾਉਂਦੇ ਸਨ, ਧੰਨ ਜੀਓ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਜੁਗ ਵਿਚਾਰੈ, ਦੇ ਅਨਿਤ ਨਾ ਨਿਤ ਰਹੇ, ਜਸ ਨਾਮ ਚੜ੍ਹੇ ਭਵ ਸਾਗਰ ਤਾਰੇ, ਧੀਰਜ ਧਾਮ ਬਣਾਏ ਇਹੋ ਤਨ, ਬੁੱਧ ਸੂ ਦੀਪਕ ਜਿਉ ਉਜਿਆਰੇ, ਗਿਆਨ ਕੀ ਵੱਡਣੀ ਮਨੋ ਹੱਥ ਲੈ, ਕਾਤਰਤਾ ਕਤਵਾਰ ਬੁਹਾਰੇ। ਗੁਰੂ ਸਾਹਿਬ ਦਾ ਤਾਂ ਵੱਡਾ ਉਪਦੇਸ਼ ਤਾਂ ਇਹੋ ਸੀ ਕਿ ਇਹ ਸਰੀਰ ਸਦਾ ਰਹਿਣ ਵਾਲੀ ਵਸਤੂ ਨਹੀਂ, ਇਸ ਲਈ ਇਸ ਸਰੀਰ ਨੂੰ ਧਰਮ ਲੇਖੇ ਲਾ ਕੇ ਇਸ ਭਵਸਾਗਰ ਦੁੱਖਾਂ ਚਿੰਤਾਵਾਂ ਅਤੇ ਭਰਮਾਂ ਦਾ ਸਾਗਰ ਨੂੰ ਤਰਨਾ ਚਾਹੀਦਾ ਹੈ। ਕਾਇਰਤਾ ਅਤੇ ਬੁਜ਼ਦਿਲੀ ਦੇ ਕੂੜੇ ਨੂੰ ਇਸ ਸਰੀਰ ਵਿੱਚੋਂ ਗਿਆਨ ਦੀ ਬਹੁਕਰ ਨਾਲ ਹੂੰਝ ਦੇਣਾ ਚਾਹੀਦਾ ਹੈ। ਮਾਤਾ ਜੀਤੋ ਜੀ ਦੇ 3 ਸਾਹਿਬਜ਼ਾਦੇ ਸਨ, ਜੁਝਾਰ ਸਿੰਘ, ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ, ਅਤੇ ਵੱਡੇ ਸਾਹਿਬਜ਼ਾਦਾ ਮਾਤਾ ਸੁੰਦਰੀ ਜੀ ਦੇ ਸਨ। ਸਾਹਿਬਜ਼ਾਦਾ ਅਜੀਤ ਸਿੰਘ 15-16 ਸਾਲ ਦੇ ਹੀ ਪਿਤਾ ਵਾਂਗ ਵੱਡੇ ਧਨੁਸ਼ਧਾਰੀ ਅਤੇ ਸੂਰਬੀਰਤਾ ਦੇ ਪੁੰਜ ਬਣੇ ਜਾ ਰਹੇ ਸਨ ਅਤੇ ਉਹ ਜੰਗਾਂ ਯੁੱਧਾਂ ਵਿੱਚ ਪੂਰਾ ਹਿੱਸਾ ਲੈ ਰਹੇ ਸਨ, ਪਰ ਬਾਕੀ ਦੇ ਛੋਟੇ ਸਨ। ਇੱਕ ਦਿਨ ਮਾਤਾ ਜੀ ਨੇ ਰਾਤ ਨੂੰ ਸੁੱਤੇ ਸੱਚਮੁੱਚ ਹੀ ਉਹ ਸਭ ਨਜ਼ਾਰੇ ਸੁਪਨੇ ਵਿੱਚ ਤੱਕ ਲਏ ਜੋ ਆਉਣ ਵਾਲੇ ਸਮੇਂ ਵਿੱਚ ਸੱਚਮੁੱਚ ਹੀ ਹੋਣ ਵਾਲੇ ਸਨ। ਸਾਹਿਬਜ਼ਾਦਿਆਂ ਦੀਆਂ ਸ਼ਹੀਦੀਆਂ ਅਤੇ ਪਰਿਵਾਰ ਦਾ ਵਿਛੜਨਾ, ਅਨੰਦਪੁਰ ਛੱਡਣਾ, ਇਹ ਸਭ ਕੁਝ ਉਹ ਸੁਪਨੇ ਵਿੱਚ ਦੇਖ ਕੇ ਕੰਬ ਉੱਠੇ ਅਤੇ ਉਹਨਾਂ ਦੀ ਜਾਗ ਖੁੱਲ੍ਹ ਗਈ। ਇਹੋ ਜਿਹੇ ਸੁਪਨੇ ਨੂੰ ਮਾਤਾ ਜੀ ਝੂਠ ਕਿਵੇਂ ਸਮਝ ਲੈਂਦੇ? ਉਹਨਾਂ ਨੂੰ ਨੀਂਦ ਭੁੱਲ ਗਈ, ਖਾਣਾ ਪੀਣਾ ਵਿਸਰ ਗਿਆ। ਗੁਰੂ ਜੀ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਅਤੇ ਨਾਮ ਸਿਮਰਨ ਦੀ ਕਿਰਿਆ ਤੋਂ ਬਾਅਦ ਦੀਵਾਨ ਵਿੱਚ ਚਲੇ ਗਏ, ਪਰ ਮਾਤਾ ਜੀ ਨੇ ਦਿਨ ਚੜ੍ਹਦੇ ਹੀ ਰਾਤ ਸਮੇਂ ਆਏ ਸੁਪਨੇ ਦੀ ਗੱਲ ਬਾਕੀ ਮਾਤਾਵਾਂ ਨਾਲ ਚਲਾ ਦਿੱਤੀ ਅਤੇ ਸਾਰੀਆਂ ਮੁਰਝਾ ਜਿਹੀਆਂ ਗਈਆਂ। ਗੁਰੂ ਜੀ ਸਵੇਰ ਦੇ ਦੀਵਾਨ ਦੇ ਭੋਗ ਉਪਰੰਤ ਮਹੱਲਾਂ ਵਿੱਚ ਪੁੱਜੇ ਤਾਂ ਮਾਤਾਵਾਂ ਨੂੰ ਉਦਾਸ ਵੇਖ ਕੇ ਪੁੱਛਣ ਲੱਗੇ, ਕੀ ਗੱਲ ਹੈ, ਉਦਾਸੀ ਕਿਉਂ ਹੈ? ਗੁਰੂ ਜੀ ਦੇ ਪੁੱਛਣ 'ਤੇ ਝੱਟ ਹੀ ਰਾਤ ਦੇ ਸੁਪਨੇ ਵਾਲੀ ਗੱਲ ਦੱਸੀ ਅਤੇ ਕਿਹਾ, ਇਸ ਭਿਆਨਕ ਸੁਪਨੇ ਨੇ ਤਾਂ ਸਾਡਾ ਤ੍ਰਹਿ ਕੱਢਿਆ ਹੋਇਆ ਹੈ। ਰੋਜ਼-ਰੋਜ਼ ਦੀਆਂ ਲੜਾਈਆਂ ਨੇ, ਪਤਾ ਨਹੀਂ ਕੀ ਕਰਨਾ ਹੈ। ਗੁਰੂ ਜੀ ਨੇ ਮੁਸਕਰਾਉਂਦੇ ਹੋਏ ਕਿਹਾ, ਘਬਰਾਉਣਾ ਨਹੀਂ ਚਾਹੀਦਾ।
ਜੋ ਕੁਝ ਹੋਣਾ ਹੈ ਉਹ ਤਾਂ ਹੋ ਕੇ ਹੀ ਰਹਿਣਾ ਹੈ, ਪਰ ਜੋ ਕੁਝ ਅਸਾਂ ਵੇਖਿਆ ਹੈ ਇੱਥੋਂ ਤੱਕ ਨੌਬਤ ਪਹੁੰਚੇਗੀ। ਮਾਤਾ ਜੀਤੋ ਜੀ ਨੇ ਕਿਹਾ, ਹਾਂ ਪ੍ਰੀਏ, ਤੁਸਾਂ ਜੋ ਵੇਖਿਆ ਹੈ ਇਹ ਕਰਤਾਰ ਨੇ ਤੁਹਾਨੂੰ ਸਭ ਕੁਝ ਠੀਕ ਹੀ ਦਿਖਾਇਆ ਹੈ, ਇਹੋ ਕੁਝ ਹੋਣਾ ਹੈ। ਇਹ ਸੁਣ ਮਾਤਾ ਜੀ ਨਹੀਂ ਬੋਲੇ ਤੇ ਹੱਥ ਜੁੜ ਗਏ। ਗੁਰੂ ਜੀ ਨੇ ਕਿਹਾ, ਚੁੱਪ ਕਿਉਂ ਕਰ ਗਏ? ਦੱਸੋ ਕੀ ਚਾਹੁੰਦੇ ਹੋ? ਹੇ ਪਤੀ ਦੇਵ, ਮੈਂ ਤਾਂ ਇਹ ਬਿਪਤਾ ਤੇ ਦੁੱਖਾਂ ਨੂੰ ਦੇਖ ਨਹੀਂ ਸਕਾਂਗੀ, ਪਰ ਇਹ ਰੁਕਣੇ ਨਹੀਂ ਆਉਣਗੇ। ਫਿਰ ਹੁਕਮ ਕਰੋ, ਮੈਂ ਸਰੀਰ ਛੱਡ ਦਿਆਂ। ਜੇ ਨਹੀਂ ਵੇਖ ਸਕਦੇ ਤਾਂ ਛੱਡ ਦਿਓ, ਇਹ ਗੱਲ ਚੰਗੀ ਹੈ। ਠੀਕ ਉਸੇ ਦਿਨ ਮਾਤਾ ਜੀਤੋ ਜੀ ਨੇ ਇਸ਼ਨਾਨ ਕਰਕੇ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਕਰਕੇ ਸਰੀਰ ਇਉਂ ਛੱਡ ਦਿੱਤਾ ਜਿਵੇਂ ਸੱਪ ਕੁੰਝ ਲਾ ਛੱਡ ਦਿੰਦਾ ਹੈ। ਘਰ ਵਿੱਚ ਬੜਾ ਵੈਰਾਗ ਹੋਇਆ, ਪਰ ਗੁਰੂ ਜੀ ਦੇ ਚੜ੍ਹਦੀ ਕਲਾ ਵਾਲੇ ਉਪਦੇਸ਼ਾਂ ਤੇ ਪ੍ਰਭੂ ਦੇ ਪਾਣੇ ਨੂੰ ਮਿੱਠਾ ਕਰਕੇ ਮੰਨਣ ਦੀ ਸਿੱਖ ਮੱਤ ਨੇ ਕੁਝ ਦਿਨਾਂ ਵਿੱਚ ਹੀ ਮਾਤਾ ਜੀ ਦੇ ਵਿਛੋੜੇ ਦੇ ਅਫਸੋਸ ਨੂੰ ਹਟਾ ਕੇ ਫਿਰ ਉਹੀ ਵਾਯੂਮੰਡਲ ਪੈਦਾ ਕਰ ਦਿੱਤਾ। ਮਾਤਾ ਜੀ ਦਾ ਦੇਹੁਰਾ ਨਿਰਮੋਹ ਨਗਰ ਵਿੱਚ ਹੈ। ਦਸ਼ਮੇਸ਼ ਜੀ ਦੇ ਪਰ ਉਪਕਾਰ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਰ ਸਮੇਂ ਸ਼ਿਕਾਰ ਖੇਡਣ ਤੇ ਲੜਨ ਮਰਨ ਦੇ ਚਾਅ ਵਿੱਚ ਕਿਉਂ ਰਹਿੰਦੇ ਸਨ? ਇਸ ਦਾ ਉੱਤਰ ਸਾਫ਼ ਹੀ ਹੈ ਕਿ ਉਸ ਸਮੇਂ ਮੁਗਲਾਂ ਪਠਾਨਾਂ ਦੀ ਧਾਕ ਪਈ ਹੋਈ ਸੀ। ਹਿੰਦੂ ਜਨਤਾ ਉਹਨਾਂ ਦੇ ਮੁਕਾਬਲੇ ਵਿੱਚ ਖਲੋਣਾ ਤਾਂ ਕੀ, ਉਹਨਾਂ ਦੇ ਨਾਮ ਤੋਂ ਥਰ-ਥਰ ਕੰਬਦੀ ਸੀ। ਫਿਰ ਜ਼ੁਲਮ ਦਾ ਟਾਕਰਾ ਕੌਣ ਕਰਦਾ? ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਪਰਮ ਪੁਰਖ ਨਿਰੰਕਾਰ ਨੇ ਇਸ ਹਾਲਤ ਨੂੰ ਬਦਲਣ ਤੇ ਦੁਸ਼ਟਾਂ ਦੋਖੀਆਂ ਨੂੰ ਮਾਰ ਮੁਕਾਉਣ ਲਈ ਭੇਜਿਆ ਸੀ। ਹਿੰਦੂ ਪਹਾੜੀਆਂ ਨੂੰ ਤਾਂ ਇਹ ਜਾਣ ਕੇ ਸ਼ੁਕਰ ਕਰਨਾ ਚਾਹੀਦਾ ਸੀ ਕਿ ਪ੍ਰਭੂ ਜੀ ਨੇ ਉਹਨਾਂ ਦਾ ਕੋਈ ਸਹਾਇਕ ਭੇਜਿਆ ਹੈ ਤੇ ਉਹ ਇਸ ਸਹਾਇਕ ਦੇ ਨਾਲ ਮਿਲ ਕੇ ਦੁਸ਼ਟਾਂ ਤੇ ਗਨੀਮਾਂ ਨੂੰ ਸਗੋਂ ਮਾਰਨ ਵਿੱਚ ਮਦਦ ਕਰਦੇ। ਪਰ ਜਿਨ੍ਹਾਂ ਦੇ ਮਨ ਵਿੱਚ ਇਹ ਗੱਲ ਘਰ ਕਰ ਚੁੱਕੀ ਹੋਵੇ, ਦਲੀਸ਼ਵਰੋ ਹੀ ਈਸ਼ਰੋ, ਭਾਵ ਬਾਦਸ਼ਾਹੀ ਈਸ਼ਵਰ ਦੀ ਬਖਸ਼ਿਸ਼ ਹੈ, ਅਸੀਂ ਉਸ ਦੇ ਆਸਰੇ ਰਹਿ ਕੇ ਹੀ ਸੁਖੀ ਰਹਿ ਸਕਦੇ ਹਾਂ। ਉਹ ਦਿੱਲੀ ਦੇ ਪਾਤਸ਼ਾਹ ਦੇ ਨਾਮ ਤੋਂ ਹੀ ਡਰਦੇ ਸਨ। ਇਸੇ ਲਈ ਉਹ ਗੁਰੂ ਜੀ ਦੇ ਸਹਾਇਕ ਤੇ ਮਿਲਵਰਤਨੀ ਬਣਨ ਦੀ ਬਜਾਏ ਉਹਨਾਂ ਦੇ ਸਗੋਂ ਦੁਸ਼ਮਣ ਬਣ ਗਏ। ਇਸ ਲਈ ਗੁਰੂ ਜੀ ਵੱਲੋਂ ਇਹਨਾਂ ਦਾ ਕੀ ਲਿਹਾਜ਼ ਹੋ ਸਕਦਾ ਸੀ? ਸੋ ਗੁਰੂ ਜੀ ਨੂੰ ਇਹਨਾਂ ਸ਼ਾਹੀ ਹੱਥ ਠੋਕਿਆਂ ਵਿਰੁੱਧ ਵੀ ਪੂਰੀ ਤਾਕਤ ਨਾਲ ਲੜਨਾ ਪਿਆ ਤੇ ਪਹਾੜੀਆਂ ਨੂੰ ਹਾਰ ਤੇ ਹਾਰ ਹੋਈ। ਅਖੀਰ ਝੂਠੀਆਂ ਸਹੁੰਆਂ ਖਾ ਕੇ ਕਿਲ੍ਹਾ ਛੁਡਾਇਆ ਤਾਂ ਸਹੁੰਆਂ ਤੋੜ ਕੇ ਗੁਰੂ ਜੀ ਨੂੰ ਫੜਨ ਤੇ ਮਾਰਨ ਦਾ ਸਿਰ ਤੋੜ ਯਤਨ ਵੀ ਇਹਨਾਂ ਦਾ ਸਫਲ ਨਾ ਹੋਇਆ ਤਾਂ ਇਹ ਡਾਢੇ ਹੀ ਜਲੀਲ ਤੇ ਸ਼ਰਮਸਾਰ ਹੋਏ। ਪਰ ਅੰਦਰੋਂ ਮਨ ਦੇ ਖੋਟ ਗਵਾਉਣ ਦਾ ਇਹਨਾਂ ਨੇ ਯਤਨ ਨਹੀਂ ਸੀ ਕੀਤਾ। ਪਰ ਇਸ ਹਾਰ ਨੇ ਉਹਨਾਂ ਦੇ ਵਕਾਰ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਸੀ ਤੇ ਕਿਤੇ ਗੱਲ ਕਰਨ ਜੋਗੇ ਨਹੀਂ ਸਨ। ਗੁਰੂ ਜੀ ਨਿਰਭੈਤਾ ਪ੍ਰਚਾਰ ਤੇ ਧਰਮ ਦੇਸ਼ ਤੋਂ ਕੁਰਬਾਨ ਹੋਣ ਦੀ ਸਿੱਖਿਆ ਦੇਣ ਦਾ ਪ੍ਰੋਗਰਾਮ ਹਰ ਵੇਲੇ ਹੀ ਬਣਾਈ ਰੱਖਦੇ ਸਨ। ਗੁਰੂ ਜੀ ਦਾ ਸ਼ਿਕਾਰ ਖੇਡਣਾ ਤਾਂ ਬਹਾਦਰੀ ਤੇ ਨਿਡਰਤਾ ਦੇ ਪ੍ਰਚਾਰ ਲਈ ਸੀ। ਉਹ ਸ਼ਿਕਾਰ ਖੇਡਣ ਗਏ ਇਕੱਲੇ ਸਿੰਘਾਂ ਕੋਲੋਂ ਖੁੰਖਾਰ ਜਾਨਵਰਾਂ ਦਾ ਮੁਕਾਬਲਾ ਕਰਾਉਂਦੇ ਤੇ ਦਲੇਰ ਸਿੰਘ ਤਲਵਾਰਾਂ ਨਾਲ ਸ਼ੇਰ, ਬਘਿਆੜ ਤੇ ਚੀਤਿਆਂ ਨੂੰ ਮਾਰਦੇ ਤੇ ਕਈ ਵਾਰ ਬੱਬਰ ਸ਼ੇਰਾਂ ਦੇ ਮੁਕਾਬਲੇ ਤੇ ਗੁਰੂ ਜੀ ਆਪ ਹੀ ਅੱਗੇ ਵੱਧ ਜਾਂਦੇ, ਜਿਨ੍ਹਾਂ ਦੀ ਗਰਜ ਸੁਣ ਕੇ ਪਹਾੜ ਗੂੰਜ ਉੱਠਦੇ ਤੇ ਵੱਡੇ ਵੱਡੇ ਬਹਾਦਰ ਵੀ ਪਿੱਛੇ ਹਟ ਜਾਂਦੇ। ਗੁਰੂ ਜੀ ਉਸ ਪਾਸੇ ਉਚੇਚੇ ਜਾਂਦੇ ਜਿੱਧਰ ਸ਼ੇਰ ਹੁੰਦਾ ਤੇ ਉੱਧਰੋਂ ਹਰਨਾਂ ਤੇ ਹੋਰ ਜਾਨਵਰਾਂ ਦੀਆਂ ਡਾਰਾਂ ਭੱਜੀਆਂ ਜਾਂਦੀਆਂ ਵੇਖਦੇ। ਅਜਮੇਰ ਚੰਦ ਦੇ ਵਜ਼ੀਰ ਪੰਮਾ ਨੇ ਗੁਰੂ ਜੀ ਨਾਲ ਇੱਕ ਵੇਰਾਂ ਫਿਰ ਮੇਲ ਜੋਲ ਦੀ ਲਹਿਰ ਚਲਾਈ ਤੇ ਬਹੁਤੇ ਰਾਜਿਆਂ ਦੇ ਬਰਾਬਰ ਸ਼ਿਕਾਰੀ ਵੀ ਜਦ ਗੁਰੂ ਜੀ ਨੂੰ ਸ਼ਿਕਾਰ ਖੇਡਦੇ ਵੇਖਦੇ ਝੱਟ ਹੀ ਆ ਮਿਲਦੇ ਤੇ ਗੁਰੂ ਜੀ ਨਾਲ ਰਲ ਕੇ ਸ਼ਿਕਾਰ ਖੇਡਦੇ। ਉਹ ਗੁਰੂ ਜੀ ਨੂੰ ਖਤਰਨਾਕ ਥਾਵਾਂ 'ਤੇ ਲੈ ਜਾਂਦੇ ਤੇ ਗੁਰੂ ਜੀ ਦੀ ਬਹਾਦਰੀ ਵੇਖਦੇ। ਕਈ ਥਾਂ ਅਜਿਹਾ ਹੁੰਦਾ ਕਿ ਬਹਾਦਰੀ ਵਿਖਾਉਂਦੇ ਪਹਾੜੀਏ
5-5 6-6 ਮਾਰੇ ਜਾਂਦੇ ਤੇ ਗੁਰੂ ਜੀ ਦੇ ਸਿੰਘ ਅਜਿਹੇ ਖੁੰਖਾਰ ਨੂੰ ਗੁਰੂ ਜੀ ਦੀ ਆਗਿਆ ਪਾ ਕੇ ਸੁਖੈਨ ਹੀ ਮਾਰ ਲੈਂਦੇ। ਰੋਪੜੀਏ ਪਠਾਨ ਵੀ ਇਉਂ ਕਈ ਵਾਰ ਗੁਰੂ ਜੀ ਨੂੰ ਆ ਮਿਲਦੇ। ਜਦ ਗੁਰੂ ਜੀ ਸ਼ਿਕਾਰ ਖੇਡਦੇ ਕਿਤੇ ਉਸ ਪਾਸੇ ਚਲੇ ਜਾਂਦੇ, ਪਰ ਦਿਲੋਂ ਖੋਟੇ ਜਿਸ ਮਾਰੂ ਥਾਂ ਵੀ ਗੁਰੂ ਜੀ ਨੂੰ ਆਖ ਕੇ ਲਿਜਾਂਦੇ। ਪਹਿਲੇ ਉੱਥੇ ਆਪਣੇ ਹੀ ਆਦਮੀ ਮਰਵਾਉਂਦੇ ਤਾਂ ਗੁਰੂ ਜੀ ਜਾਂ ਗੁਰੂ ਕੇ ਸਿੰਘ ਅੱਗੇ ਵੱਧ ਕੇ ਖੂਨੀ ਜਾਨਵਰ ਦਾ ਸ਼ਿਕਾਰ ਕਰਦੇ। ਪਰ ਪਹਾੜੀਏ ਤੇ ਪਠਾਨ ਹੈਰਾਨ ਹੁੰਦੇ ਕਿ ਨਾ ਗੁਰੂ ਨੂੰ ਕੋਈ ਸੱਟ ਪੇਟ ਲੱਗਦੀ ਹੈ, ਨਾ ਕਿਸੇ ਸਿੱਖ ਨੂੰ। ਸੋ ਇਉਂ ਪੰਮੇ ਦੀ ਮਾਰਫਤ ਪਹਾੜੀ ਰਾਜੇ ਗੁਰੂ ਜੀ ਨੂੰ ਮਿਲਣ ਗਿਲਣ ਤਾਂ ਲੱਗੇ, ਪਰ ਸ਼ਿਕਾਰ ਸਮੇਂ ਹੀ ਅੱਗੇ ਪਿੱਛੇ ਨਹੀਂ। ਅੱਸੂ ਦੇ ਮਹੀਨੇ ਰਵਾਲਸਰ 'ਤੇ ਮੇਲਾ ਲੱਗਦਾ ਹੈ। ਪੰਮੇ ਨੇ ਗੁਰੂ ਜੀ ਨੂੰ ਰਵਾਲਸਰ ਜਾਣ 'ਤੇ ਪਹਾੜੀ ਰਾਜਿਆਂ ਨਾਲ ਮੇਲ ਮਿਲਾਪ ਕਰਨ ਲਈ ਸੁਨੇਹਾ ਭੇਜਿਆ। ਨਿਰਭੈ ਗੁਰੂ ਜੀ ਨੂੰ ਤਾਂ ਸਗੋਂ ਇਹੋ ਜਿਹਾ ਮੌਕਾ ਪ੍ਰਚਾਰ ਕਰਨ ਲਈ ਲੋੜੀਂਦਾ ਸੀ। ਸੋ ਗੁਰੂ ਜੀ 500 ਸਿੰਘਾਂ ਨੂੰ ਨਾਲ ਲੈ ਕੇ ਰਵਾਲਸਰ ਜਾ ਪੁੱਜੇ। ਅੱਗੇ ਪਹਾੜੀ ਰਾਜੇ ਵੀ ਤਕਰੀਬਨ ਸਾਰੇ ਹੀ ਪੁੱਜੇ ਹੋਏ ਸਨ। ਗੁਰੂ ਜੀ ਨੇ ਮੇਲੇ ਦੇ ਇੱਕ ਪਾਸੇ ਖੁੱਲ੍ਹੀ ਥਾਂ 'ਤੇ ਡੇਰਾ ਲਾ ਕੇ ਦੀਵਾਨ ਲਾ ਦਿੱਤਾ। ਕੀਰਤਨ ਹੋਣ ਲੱਗਾ, ਢਾਡੀ ਵਾਰਾਂ ਗਾਉਣ ਲੱਗੇ। ਸੂਰਮਤਾਈ ਦਾ ਪ੍ਰਚਾਰ ਕਰਨ ਵਾਲੇ ਗੁਰੂ ਜੀ ਦੇ ਕੀਰਤਨੀਏ ਵੀ ਜੰਗੀ ਜਥੇ, ਢਾਡੀ ਵੀ ਸ਼ਸਤਰਧਾਰੀ। ਕੋਈ ਸੇਵਕ ਤੇ ਦਾਸ ਟਹਿਲੂਆ ਐਸਾ ਨਹੀਂ ਸੀ ਜੋ ਸ਼ਸਤਰਧਾਰੀ ਨਾ ਹੋਵੇ। ਕਿਸੇ ਦੇ 2-2 ਤੇ ਕਿਸੇ ਦੇ 3-3 ਸ਼ਸਤਰ ਸੱਜੇ ਹੋਏ ਸਨ। ਪਹਾੜੀ ਲੋਕ ਉਹਨਾਂ ਦਾ ਪਹਿਰਾਵਾ ਦੇਖ ਦੇਖ ਹੀ ਅਸਚਰਜ ਹੋਣ ਤੇ ਫਿਰ ਜਦ ਲੜਨ ਮਰਨ ਤੇ ਧਰਮ ਲਈ ਜਾਨਾਂ ਨਿਸ਼ਾਵਰ ਕਰ ਦੇਣ ਦੀਆਂ ਸਿੱਖਿਆਵਾਂ ਸੁਣਨ ਤਾਂ ਇਸ ਪ੍ਰਚਾਰ 'ਤੇ ਵੀ ਹੈਰਾਨ ਹੋਣ। ਉਹ ਮੁਗਲ ਬਾਦਸ਼ਾਹੀ ਨੂੰ ਇੰਨੀ ਤਾਕਤਵਰ ਤੇ ਮਹਾਨ ਸਮਝਦੇ ਸਨ ਕਿ ਉਹਨਾਂ ਨੂੰ ਤਾਂ ਉਸ ਦੇ ਮੁਕਾਬਲੇ ਵਿੱਚ ਖੜ੍ਹੇ ਹੋਣ ਦਾ ਸੁਪਨੇ ਵਿੱਚ ਵੀ ਖਿਆਲ ਨਹੀਂ ਸੀ ਆ ਸਕਦਾ। ਪਰ ਇੱਥੇ ਸਿੰਘ ਗੱਲਾਂ ਹੀ ਇਹੋ ਕਰਨ, ਅਸਾਂ ਦਿੱਲੀ ਸਰਹੰਦ ਤੇ ਲਾਹੌਰ ਛੱਡਣੇ ਨਹੀਂ, ਤੁਰਕਾਂ ਨੂੰ ਮਾਰ ਖਪਾਉਣਾ ਹੈ। ਖਾਲਸੇ ਨੇ ਕੋਈ ਆਕੀ ਨਹੀਂ ਰਹਿਣ ਦੇਣਾ। ਸਭ ਦੁਸ਼ਟ ਪਾਪੀ ਤੇ ਮਲੇਛ ਮਾਰ ਖਪਾਉਂਦੇ ਹਨ। ਕਈ ਐਸੇ ਸਨ ਜਿਨ੍ਹਾਂ ਨੂੰ ਇਹ ਸੁਣ ਕੇ ਹੀ ਡਰ ਜਿਹਾ ਲੱਗਦਾ ਤੇ ਉਹ ਉੱਠ ਉੱਠ ਕੇ ਤੁਰ ਜਾਂਦੇ ਸਨ। ਗੁਰੂ ਜੀ ਨੇ ਰਵਾਲਸਰ ਅਤੇ ਮੰਡੀ ਜਾਣਾ। ਅਜਮੇਰ ਚੰਦ ਦੇ ਵਜ਼ੀਰ ਪੰਮੇ ਨੇ ਸਭ ਰਾਜਿਆਂ ਨੂੰ ਰਵਾਲਸਰ ਪੁੱਜ ਕੇ ਗੁਰੂ ਜੀ ਦੇ ਦਰਸ਼ਨ ਤੇ ਮੇਲ ਮਿਲਾਪ ਕਰਨ ਲਈ ਕਿਹਾ ਹੋਇਆ ਸੀ। ਸੋ ਗੁਰੂ ਜੀ ਦੇ ਦੀਵਾਨ ਵਿੱਚ ਰਾਜੇ ਇਕੱਠੇ ਹੋ ਕੇ ਪੁੱਜੇ। ਅਜਮੇਰ ਚੰਦ ਹੀ ਸਭ ਦਾ ਮੋਢੀ ਸੀ। ਦੀਵਾਨ ਵਿੱਚ ਗੁਰੂ ਜੀ ਕਲਗੀ ਜਗਾ ਸਜਾਈ ਸ਼ੋਭਾ ਪਾ ਰਹੇ ਸਨ ਤੇ ਸਿੰਘ ਵੱਧ ਤੋਂ ਵੱਧ ਸਜੀਲੇ ਤੇ ਫਬੀਵੇ ਬਣ ਸ਼ਸਤਰ ਸਜਾ ਕੇ ਦੀਵਾਨ ਵਿੱਚ ਗੁਰੂ ਕੇ ਹਜ਼ੂਰ ਪੁੱਜ ਰਹੇ ਸਨ। ਰਾਜੇ ਗੁਰੂ ਜੀ ਦੀ ਚੜ੍ਹਤ ਤੇ ਸ਼ੋਭਾ ਦੇਖ ਕੇ ਹੱਕੇ ਬੱਕੇ ਹੋਈ ਜਾ ਰਹੇ ਸਨ। ਗੁਰੂ ਜੀ ਦੇ ਤੇਜ ਪ੍ਰਤਾਪ ਨੂੰ ਦੇਖ ਕੇ ਸਭਨਾਂ ਦੇ ਸਿਰ ਆਪ ਤੋਂ ਆਪ ਹੀ ਨਿਵੰਦੇ ਜਾ ਰਹੇ ਸਨ। ਨੀਤੀ ਨਿਪੁੰਨ ਸਤਿਗੁਰੂ ਜੀ ਵੀ ਸਭ ਨੂੰ ਆਦਰ ਤੇ ਸਤਿਕਾਰ ਸਹਿਤ ਕੋਲ ਹੀ ਬਿਠਾਉਂਦੇ ਜਾ ਰਹੇ ਸਨ। ਇਸ ਸਮੇਂ ਕਈ ਰਾਜਿਆਂ ਉੱਤੇ ਗੁਰੂ ਜੀ ਦਾ ਇੰਨਾ ਪ੍ਰਭਾਵ ਪਿਆ ਕਿ ਉਹ ਹੱਥ ਜੋੜ ਖੜ੍ਹੇ ਹੋ ਗਏ ਤੇ ਕਹਿਣ ਲੱਗੇ, ਹੇ ਮਹਾਬਲੀ ਸਤਿਗੁਰੂ ਜੀਓ, ਆਪ ਤਾਂ ਸਾਖਿਆਤ ਈਸ਼ਵਰ ਸਰੂਪ ਹੋ, ਆਪ ਬਖਸ਼ਿੰਦ ਹੋ, ਸੰਤ ਸਰੂਪ ਸੂਰਬੀਰ ਹੋ। ਸੋ ਆਪਣੇ ਬਿਰਦ ਦੀ ਲਾਜ ਰੱਖਦੇ ਹੋਇਆਂ ਸਾਡੇ ਗੁਨਾਹ ਬਖਸ਼ ਦਿਓ। ਅਸੀਂ ਤੁਹਾਡਾ ਮੁਕਾਬਲਾ ਕਰਕੇ ਵੱਡੀ ਭੁੱਲ ਕੀਤੀ ਹੈ। ਗੁਰੂ ਜੀ ਮੁਸਕਰਾ ਪਏ ਤੇ ਕਿਹਾ, ਹੇ ਰਾਜਨ, ਗੁਰੂ ਨਾਨਕ ਸਾਹਿਬ ਦੀ ਗੱਦੀ ਧਰਮ ਗੱਦੀ ਹੈ। ਇਸ ਨੂੰ ਜਿਸ ਨਿਗਾਹ ਨਾਲ ਕੋਈ ਦੇਖੇ ਉਸੇ ਤਰ੍ਹਾਂ ਹੀ ਨਜ਼ਰ ਆਉਂਦੀ ਹੈ। ਇਹ ਦਰਬਾਰ ਬੁਰਿਆਂ ਭਲਿਆਂ ਦੋਹਾਂ ਲਈ ਇੱਕੋ ਜਿਹਾ ਹੈ। ਕੋਈ ਆਵੇ, ਇਹ ਸਭਨਾਂ ਨੂੰ ਧਰਮ ਦੀ ਨਜ਼ਰ ਨਾਲ ਦੇਖੇਗਾ, ਕਿਸੇ ਦੇ ਬੁਰੇ ਵਿੱਚ ਨਹੀਂ ਹੈ। ਅਸੀਂ ਕੇਵਲ ਤੁਹਾਡੇ ਭਲੇ ਵਿੱਚ ਹਾਂ ਤੇ ਭਲਾ ਹੀ ਚਾਹੁੰਦੇ ਹਾਂ। ਅਸੀਂ ਨਹੀਂ ਚਾਹੁੰਦੇ ਕਿ ਤੁਸੀਂ ਕਛੱਤਰੀ ਹੋ ਕੇ ਤੁਰਕਾਂ ਦੀ ਗੁਲਾਮੀ ਕਰੋ।
ਆਪਣੀ ਪ੍ਰਜਾ ਨੂੰ ਤੰਗੀਆਂ ਦੇ ਦੇ ਕੇ ਉਹਨਾਂ ਤੋਂ ਧਨ ਇਕੱਠਾ ਕਰ ਤੁਰਕਾਂ ਦੇ ਖਜ਼ਾਨੇ ਭਰੋ। ਅਸੀਂ ਤੁਹਾਨੂੰ ਆਜ਼ਾਦ ਵੇਖਣਾ ਚਾਹੁੰਦੇ ਹਾਂ। ਤੁਸੀਂ ਸੋਚੋ ਕਿ ਗੁਲਾਮ ਦਾ ਵੀ ਕੋਈ ਧਰਮ ਹੈ। ਜਿਸ ਧਰਮ ਨੂੰ ਤੁਸੀਂ ਮੰਨਦੇ ਹੋ, ਕਦੇ ਸੋਚਿਆ ਜੇ ਕਿ ਇਸ ਧਰਮ ਦੇ ਵਡੇਰੇ ਕਿੰਨੇ ਪ੍ਰਤਾਪੀ ਸਨ। ਉਹ ਆਪਣੇ ਆਪ ਨੂੰ ਚੱਕਰਵਰਤੀ ਰਾਜੇ ਅਖਵਾਉਂਦੇ ਸਨ। ਉਹ ਕੋਈ ਬਹੁਤੀਆਂ ਧੁੱਜਾਂ ਵਾਲੇ ਨਹੀਂ ਸਨ। ਬਸ ਇਹੋ ਹੀ ਸੀ ਕਿ ਉਹ ਸੂਰਬੀਰ ਅਣਖ ਆਉਣ ਲਈ ਮਰ ਮਿਟਣ ਵਾਲੇ ਯੋਧੇ ਸਨ, ਪਰ ਬਚਨ ਤੋਂ ਨਹੀਂ ਹਾਰਦੇ ਸਨ। ਪਰ ਤੁਸੀਂ ਸੋਚੋ, ਇਹ ਗੁਣ ਤੁਹਾਡੇ ਵਿੱਚ ਹਨ। ਇਹ ਗੁਣ ਨਾ ਹੋਣ ਕਰਕੇ ਤੁਸੀਂ ਪਰ ਅਧੀਨ ਹੋ ਤੇ ਪਰ ਅਧੀਨ ਦਾ ਧਰਮ ਵੀ ਪਰ ਅਧੀਨ ਹੀ ਹੁੰਦਾ ਹੈ। ਸੋ ਅਸਾਂ ਤਾਂ ਉਸ ਸੁਤੰਤਰ ਧਰਮ ਦੀ ਨੀਂਹ ਰੱਖੀ ਹੈ, ਉਸ ਜਾਗਤ ਜੋਤ ਪ੍ਰਭੂ ਦਾ ਪੰਥ ਸਾਜਿਆ ਹੈ, ਜੋ ਪੱਥਰਾਂ ਵਿੱਚ ਨਹੀਂ ਹਰ ਚੀਜ਼ ਵਿੱਚ ਵਿਆਪਕ ਹੈ ਤੇ ਘਟ ਘਟ ਦਾ ਮਾਲਕ ਹੈ। ਸੋ ਤੁਸੀਂ ਵੀ ਉਸੇ ਘਟ ਘਟ ਵਿੱਚ ਵਿਆਪਕ ਪ੍ਰਭੂ ਦੇ ਲੜ ਲੱਗ ਜਾਓ, ਸਿੰਘ ਸੱਜ ਜਾਓ, ਧਰਮ ਦੇ ਦੁਸ਼ਮਣਾਂ ਨੂੰ ਭਾਜਣਾ ਪਾ ਦਿਓ। ਸਾਡੀ ਖੁਸ਼ੀ ਤਾਂ ਇਸ ਗੱਲ ਵਿੱਚ ਹੈ, ਗੁਰੂ ਜੀ ਦਾ ਉਪਦੇਸ਼ ਤਾਂ ਸੱਚਮੁੱਚ ਹੀ ਕਾਇਆ ਕਲਪ ਕਰਨ ਵਾਲਾ ਸੀ। ਕਈ ਰਾਜਿਆਂ ਦੇ ਮਨ ਸਿੱਖੀ ਵੱਲ ਪ੍ਰੇਰੇ ਗਏ, ਪਰ ਪਹਿਲ ਕੌਣ ਕਰੇ। ਇਸ ਗੱਲ ਨੇ ਕਿਸੇ ਨੂੰ ਵੀ ਅੱਗੇ ਨਾ ਵਧਣ ਦਿੱਤਾ। ਕਿੰਨਾ ਚਿਰ ਹੀ ਚੁੱਪ ਰਹਿ ਕੇ ਮਨਾਂ ਵਿੱਚ ਸੋਚਦੇ ਰਹੇ, ਪਰ ਅਖੀਰ ਸਲਾਹ ਕਰਕੇ ਦੱਸਾਂਗੇ ਦੀ ਗੱਲ ਕਹਿ ਕੇ ਦੀਵਾਨ ਵਿੱਚੋਂ ਉੱਠਣ ਲਈ ਤਿਆਰ ਹੋ ਗਏ। ਅਚਾਨਕ ਇਸ ਸਮੇਂ ਗੁਰੂ ਜੀ ਦੇ ਲੰਗਰ ਖੁੱਲ੍ਹਣ ਦਾ ਲਾਂਗਰੀ ਨੇ ਧੌਂਸਾ ਵਜਾ ਦਿੱਤਾ। ਗੁਰੂ ਜੀ ਦੇ ਕਹਿਣ 'ਤੇ ਰਾਜਿਆਂ ਨੂੰ ਵੀ ਲੰਗਰ ਵਰਤਾਇਆ ਗਿਆ ਤੇ ਰਾਜਿਆਂ ਦੇ ਡੇਰਿਆਂ ਵਿੱਚ ਵੀ ਭੇਜਿਆ ਗਿਆ। ਇਸ ਸਮੇਂ ਪਹਾੜੀਆਂ ਦੀਆਂ ਰਾਣੀਆਂ ਨੇ ਵੀ ਦੀਵਾਨ ਵਿੱਚ ਆ ਕੇ ਗੁਰੂ ਜੀ ਦੇ ਦਰਸ਼ਨ ਕੀਤੇ ਤੇ ਭੇਟਾਵਾਂ ਭੇਂਟ ਕੀਤੀਆਂ। ਪਰ ਗੁਰੂ ਕੇ ਸਿੱਖ ਧਨ ਤੇ ਨਾਲ ਸ਼ਸਤਰਾਂ ਦੀ ਭੇਟਾ ਵੀ ਅਰਪਣ ਕਰਦੇ ਸਨ। ਰਾਜਿਆਂ ਦੇ ਸਾਹਮਣੇ ਹੀ ਗੁਰੂ ਜੀ ਦੇ ਸਾਹਮਣੇ ਇੱਕ ਫਰੂਖਾਬਾਦ ਦੇ ਸਿੱਖ ਨੇ ਇੱਕ ਦੁਨਾਲੀ ਬੰਦੂਕ, 2 ਤਮੰਚੇ, 2 ਬਾਗ ਬਚ, 2 ਕਮਾਨਾਂ ਤੇ 300 ਤੀਰ ਗੁਰੂ ਜੀ ਦੀ ਭੇਟਾਂ ਕੀਤੇ। ਕਹਿੰਦੇ ਹਨ ਕਿ ਪਹਾੜੀ ਲੋਕਾਂ ਦੇ ਸਾਹਮਣੇ ਗੁਰੂ ਜੀ ਨੇ ਬੰਦੂਕ ਦੀ ਪਰਖ ਕਰਨੀ ਚਾਹੀ ਤਾਂ ਅਨੇਕ ਸਿੰਘਾਂ ਨੇ ਨਿਸ਼ਾਨਾ ਬਣਨ ਲਈ ਆਪਣੇ ਆਪ ਨੂੰ ਪੇਸ਼ ਕੀਤਾ, ਜਿਸ ਨੂੰ ਵੇਖ ਪਹਾੜੀ ਹੱਕੇ ਬੱਕੇ ਰਹਿ ਗਏ ਕਿ ਗੁਰੂ ਜੀ ਆਪਣੇ ਸਿੱਖਾਂ ਵਿੱਚ ਮੌਤ ਤੋਂ ਨਾ ਡਰਨ ਦੀ ਕੀ ਸ਼ਕਤੀ ਭਰ ਦਿੱਤੀ ਹੈ। ਗੁਰੂ ਜੀ ਰਵਾਲਸਰੋਂ ਮੁੜਨ ਲੱਗੇ ਤਾਂ ਮੰਡੀ ਵਾਲਾ ਰਾਜਾ ਸੁਦਰਸੈਨ ਗੁਰੂ ਜੀ ਨੂੰ ਆਪਣੇ ਨਾਲ ਮੰਡੀ ਲੈ ਗਿਆ। 1 ਮਹੀਨਾ ਗੁਰੂ ਜੀ ਉੱਥੇ ਰਹੇ। ਰਾਜੇ ਨੇ ਬੜੇ ਪ੍ਰੇਮ ਨਾਲ ਮਾਤਾਵਾਂ ਦੀ, ਸਾਹਿਬਜ਼ਾਦਿਆਂ ਦੀ ਤੇ ਗੁਰੂ ਜੀ ਦੀ ਸੇਵਾ ਕੀਤੀ। ਇੱਥੇ ਗੁਰੂ ਜੀ ਦੇ ਯਾਦਗਾਰੀ ਅਸਥਾਨ ਹਨ ਤੇ ਇਹ ਰਵਾਲਸਰ ਤੋਂ 25 ਮੀਲ 'ਤੇ ਹੈ। ਇੱਥੋਂ ਗੁਰੂ ਜੀ ਫਿਰ ਵਿਦਾ ਹੋਏ ਤੇ ਨਦੌਣ ਦੇ ਰਸਤੇ ਅਨੰਦਪੁਰ ਪੁੱਜ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।